सेव कीन वथ लियाए। ਮਹਾਰਾਜ ਜੀ ਕੀ ਸੇਵਾ ਹਿਤ ਕੁਝ ਵਸਤੂਆਂ ਜਿਹੜੀਆਂ ਸਨ ਆਪ ਉਹ ਜ਼ਿਮੀਂਦਾਰ ਜਿਹੜਾ ਇਲਾਕੇ ਦਾ ਹੈ ਉਹ ਲੈ ਕਰਕੇ ਮਹਾਰਾਜ ਜੀ ਕੇ ਪਾਸ ਹਾਜ਼ਰ ਹੋਇਆ ਹੈ। ਭਏ ਪ੍ਰਸ਼ਨ ਦਰਬ ਗੁਰ ਦੀਨੋ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੀ ਸੇਵਾ ਤੋਂ ਬੜੇ ਪ੍ਰਸੰਨ ਹੋਏ। ਮਹਾਰਾਜ ਜੀ ਨੇ ਉਸ ਦੇ ਉੱਪਰ ਬਖਸ਼ਿਸ਼ ਕਰਕੇ ਆਪਣੇ ਪਾਸ ਤੋਂ ਕੁਝ ਧਨ ਵੀ ਉਸ ਨੂੰ ਦਿੱਤਾ ਹੈ ਜੀ। ਸ੍ਰੀ ਮੁਖ ਤੇ ਫੁਰਮਾਵਨ ਕੀਨੋ। ਤੇ ਨਾਲ ਹੀ ਆਪਣੇ ਮੁਖ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਉਂ ਅਸੀਸ ਬਖਸ਼ੀ ਹੈ ਜੀ। ਕੂਪ ਕੇ ਬਾਪੀ ਦਿਓ ਬਨਵਾਏ। ਮਹਾਰਾਜ ਨੇ ਕਿਹਾ ਕਿ ਵੇਖੋ ਭਾਈ ਆਪ ਜੀ ਦੇ ਇਲਾਕੇ ਦੇ ਅੰਦਰ ਗੁਰੂ ਕੀ ਬਖਸ਼ਿਸ਼ ਹੈ, ਇਸ ਇਲਾਕੇ ਦੇ ਵਿੱਚ ਕੋਈ ਇਹਦਾ ਸਾਂਝਾ ਜਿਹੜਾ ਖੂਹ ਹੈ ਉਹ ਲਵਾ ਦਿਓ, ਕਿਉਂਕਿ ਇੱਥੇ ਇਸ ਦੀ ਬਹੁਤ ਲੋੜ ਹੈ ਜੀ। ਇਸ ਥਲ ਉਪਬਨ ਸਗਨ ਲਗਾਏ। ਇਸ ਥਲ ਉਪਬਨ ਸਗਨ ਲਗਾਏ, ਭਾਵ ਇੱਥੇ ਇੱਕ ਸੋਹਣਾ ਫਲਦਾਰ ਪੌਦਿਆਂ ਦਾ ਬਾਗ ਵੀ ਲਗਵਾਓ। ਕੋਈ ਜ਼ਿਮੀਂਦਾਰ ਹੈ ਉਸ ਇਲਾਕੇ ਦਾ, ਮਹਾਰਾਜ ਨੇ ਆਪਣੇ ਪਾਸ ਤੋਂ ਉਸ ਨੂੰ ਧਨ ਦਿੱਤਾ, ਨਾਲ ਕਿਹਾ ਇੱਥੇ ਖੂਹ ਲਵਾਓ, ਨਾਲ ਕਿਹਾ ਇੱਥੇ ਫਲਦਾਰ ਪੌਦਿਆਂ ਦਾ ਇੱਕ ਸੁੰਦਰ ਬਾਗ ਲਗਵਾਓ ਜੀ। ਇਮ ਕੈ ਨਿਸਾ ਬਸੇ ਗੁਸਾਈ। ਇਉਂ ਕਹਿ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਕ ਰਾਤ ਦਾ ਸਮਾਂ ਜਿਹੜਾ ਹੈ ਇਸ ਨਗਰ ਦੇ ਵਿੱਚ ਬਤੀਤ ਕਰਦੇ ਹਨ। ਭਈ ਪ੍ਰਾਤ ਤਿਆਰੀ ਕਰਵਾਈ। ਫਿਰ ਜਿਵੇਂ ਪ੍ਰਭਾਤ ਹੋਈ, ਨੇਮ ਅਨੁਸਾਰ ਮਹਾਰਾਜ ਜੀ ਨੇ ਅਗਲੇ ਸਫ਼ਰਾਂ ਦੇ ਲਈ ਆਪਣੀ ਸਾਰੀ ਤਿਆਰੀ ਆਦਿ ਕਰਵਾਈ ਹੈ ਜੀ। ਜੀਨ ਤਰਗਣ ਪਾਏ ਸੁਹਾਏ। ਘੋੜਿਆਂ ਦੇ ਉੱਪਰ ਸੁੰਦਰ ਕਾਠੀਆਂ ਪਾਈਆਂ ਗਈਆਂ, ਤਿਆਰੀ ਕੀਤੀ ਗਈ। ਮਹਾਰਾਜ ਜੀ ਨੇ ਆਪ ਨਵੀਨ ਵਸਤਰ ਪਾਏ ਹਨ। ਫਿਰ ਉਸੇ ਤਰ੍ਹਾਂ ਹੀ ਜਿਵੇਂ ਪਹਿਲੇ ਸਫ਼ਰ ਕਰਦੇ ਹੋਏ ਆ ਰਹੇ ਹਨ, ਹੁਣ ਮਹਾਰਾਜ ਇਸ ਤੋਂ ਅਗਲੇ ਪੜਾਵਾਂ ਲਈ ਰਵਾਨਾ ਹੁੰਦੇ ਹਨ। ਭਏ ਅਰੂੜਨ ਪੰਥ ਸਿਧਾਏ। ਮਹਾਰਾਜ ਆਪਣੇ ਮਾਰਗ ਤੇ ਪੰਥ ਤੇ ਉਸੇ ਤਰ੍ਹਾਂ ਘੋੜੇ ਤੇ ਚੜ੍ਹ ਕੇ ਅੱਗੇ ਨੂੰ ਤੁਰ ਪਏ ਸਨ। ਇੱਕ ਦੋਏ ਮੰਜ਼ਲ ਦੀਰਘਾ ਚਾਲੇ। ਮਹਾਰਾਜ ਇੱਕ ਦੋਏ ਮੰਜ਼ਲ ਦੀਰਘ ਚਾਲੇ। ਦੀਰਘ ਤੋਂ ਭਾਵ ਹੈ ਵੀ ਇੱਥੋਂ ਚੱਲ ਕੇ ਥੋੜਾ ਜਿਹਾ ਲੰਬਾ ਸਫ਼ਰ। ਜਿਵੇਂ ਕੋਈ ਪਿੱਛੇ ਆਪਾਂ ਵੇਖਿਆ ਸੀ 7 ਕੋਹ ਸਫ਼ਰ ਤੈਅ ਕੀਤਾ, ਹੁਣ ਇੱਥੇ ਨਿਸ਼ਚਿਤ ਗਿਣਤੀ ਤੇ ਨਹੀਂ, ਲੇਕਿਨ ਦੀਰਘ ਚਾਲੇ ਲੰਬਾ ਸਫ਼ਰ ਮਹਾਰਾਜ ਜੀ ਨੇ 2 ਮੰਜ਼ਲਾਂ ਭਾਵ ਰਸਤੇ ਵਿੱਚ ਰੁਕ ਕਰਕੇ ਫਿਰ ਚੱਲ ਪੈਣਾ, ਫਿਰ ਰੁਕਣਾ ਤੇ ਫਿਰ ਚੱਲ ਪੈਣਾ। ਸੋ ਇਸ ਵਿਧ ਮਹਾਰਾਜ ਜੀ ਨੇ ਇੱਕ ਲੰਬਾ ਸਫ਼ਰ ਇੱਥੋਂ ਚੱਲ ਕੇ ਆਪ ਤੈਅ ਕੀਤਾ ਹੈ ਜੀ। ਬਾਂਗਰ ਦੇਸ਼ ਵਿਖੈ ਸਿਖ ਨਾਲੇ। ਬਾਂਗਰ ਦੇਸ਼ ਆ ਜਿਹੜਾ ਸਥਾਨ, ਜਿਸ ਸਥਾਨ ਤੇ ਆਪਾਂ ਬੈਠੇ ਆ ਨਾ ਗੁਰਮੁਖੋ, ਉਸ ਵਕਤ ਤੇ ਸਾਰਾ ਬਾਂਗਰ ਕਾ ਦੇਸ਼ ਹੈ। ਇਹਦਾ ਨਾਮ ਹੀ ਸਾਡੇ ਇਤਿਹਾਸ ਵਿੱਚ ਬਾਂਗਰ ਕਾ ਦੇਸ਼ ਲਿਖਿਆ ਹੋਇਆ ਹੈ। ਸੋ ਮਹਾਰਾਜ ਉੱਥੋਂ ਚੱਲ ਕੇ ਫਿਰ ਇਸ ਦੇਸ਼ ਵਿੱਚ ਆਣ ਪੁੱਜੇ ਸਨ ਤੇ ਇੱਥੋਂ ਦੇ ਬਹੁਤ ਸਾਰੇ ਸਿੱਖ ਮਸੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਸਨ। ਕੁਝ ਕੇ ਪਾਸ ਮਹਾਰਾਜ ਆਪ ਰੁਕੇ ਵੀ ਨੇ, ਲੇਕਿਨ ਸਮਾਂ ਕੁਝ ਐਸਾ ਹੈ ਵੀ ਮਹਾਰਾਜ ਜਿੱਥੇ ਵੀ ਜਾਂਦੇ ਨੇ ਇੱਕ ਅੱਧ ਰਾਤ ਤੋਂ ਵੱਧ ਰੁਕਦੇ ਨਹੀਂ ਤੇ ਉਸ ਤੋਂ ਬਾਅਦ ਫਿਰ ਅੱਗੇ ਚੱਲ ਪੈਂਦੇ ਹਨ। ਸੋ ਇੱਥੋਂ ਦੇ ਕੁਝ ਸਿੱਖ ਸਨ ਜਿਹੜੇ ਮਹਾਰਾਜ ਜੀ ਦੇ ਨਾਲ ਚੱਲ ਰਹੇ ਸਨ। ਬਾਂਗਰ ਦੇਸ਼ ਇਹ ਸਫ਼ਰ ਲੰਬਾ ਪੈਣਾ ਮਹਾਰਾਜ ਜਲਦੀ ਵਿੱਚ ਤੈਅ ਕਰ ਰਹੇ ਸਨ ਜੀ। ਖਰਕ ਗ੍ਰਾਮ ਨੇ ਕ੍ਰੋਧ ਵਿਸਾਲਾ। ਇਸ ਤੋਂ ਅੱਗੇ ਖਰਕ ਗ੍ਰਾਮ ਆਪਣੇ ਨਾਲ ਦਾ ਹੀ ਥੋੜਾ ਅਗਲਾ ਇਲਾਕਾ ਹੈ, ਜੀਂਦ ਦੇ ਉਰਲੇ ਪਾਸੇ ਆਪਨੇ ਨਾਮ ਸੁਣਿਆ ਹੋਣਾ। ਮਹਾਰਾਜ ਜੀ ਕੀ ਯਾਦ ਵਿੱਚ ਉੱਥੇ ਬਣਿਆ ਹੋਇਆ ਇੱਕ ਪਵਿੱਤਰ ਆਸਥਾਨ ਵੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਚੱਲਦੇ ਹੋਏ ਉਸ ਪਵਿੱਤਰ ਸਥਾਨ ਤੇ ਵਿਸ਼ਰਾਮ ਕਰਦੇ ਹਨ। ਤਹਾਂ ਜਾਏ ਡੇ ਰਖ ਗੁਰ ਡਾਲਾ। ਮਹਾਰਾਜ ਜੀ ਨੇ ਉਸ ਸਥਾਨ ਤੇ ਪਹੁੰਚ ਕਰਕੇ ਹੁਕਮ ਕੀਤਾ ਵੀ ਇਸ ਸਥਾਨ ਤੇ ਆਪਾਂ ਨੇ ਰੁਕਣਾ ਹੈ। ਉਸ ਸਥਾਨ ਤੇ ਆਪਣਾ ਡੇਰਾ ਕੀਤਾ ਹੈ। ਜੀਨ ਉਤਾਰੇ ਤਿਨ ਅਨਵਾਏ। ਨਗਰ ਵਿੱਚ ਪਹੁੰਚ ਕਰਕੇ, ਖਰਕ ਨਗਰ ਦੇ ਅੰਦਰ ਪਹੁੰਚ ਕਰਕੇ, ਜਾਂ ਉਹਨੂੰ ਆਪਾਂ ਖਰਕਪੁਰਾ ਵੀ ਕਹਿ ਦਿੰਦੇ ਹਾਂ, ਮਹਾਰਾਜ ਜੀ ਨੇ ਘੋੜਿਆਂ ਤੋਂ ਕਾਠੀਆਂ ਉਤਰਵਾਈਆਂ ਤੇ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਕਿਹਾ ਵੀ ਘੋੜੇ ਲੰਬਾ ਸਫ਼ਰ ਤੈਅ ਕਰਕੇ ਆਏ ਹਨ, ਪਹਿਲਾਂ ਇਹਨਾਂ ਦੇ ਲਈ ਦਾਣੇ ਪੱਠੇ ਦਾ ਇੰਤਜ਼ਾਮ ਕੀਤਾ ਜਾਏ। ਸੋ ਮਹਾਰਾਜ ਕੇ ਹੁਕਮਾਂ ਨੂੰ ਪਾ ਕਰਕੇ ਗੁਰੂ ਕੇ ਸਿੱਖਾਂ ਨੇ ਸੰਗਤ ਦੇ ਸਹਿਯੋਗ ਸੇ ਤੇ ਸਾਰਾ ਇੰਤਜ਼ਾਮ ਕੀਤਾ ਤੇ ਉਹਨਾਂ ਨੂੰ ਦਾਣਾ ਆਦਿਕ ਪਾਇਆ ਹੈ ਜੀ। ਦਈ ਨਿਆਰੀ ਹੈ ਤ੍ਰਿਪਤਾਏ। ਦਈ ਨਿਹਾਰੀ ਮਹਾਰਾਜ ਜੀ ਨੇ ਆਪ ਵੇਖਿਆ ਨਗਰ ਨੂੰ, ਨਾਲ ਇਹਦਾ ਘੋੜਿਆਂ ਨੂੰ ਦਾਣਾ ਪੱਠਾ ਆਦਿਕ ਪਾਇਆ। ਇਸ ਨਗਰ ਵਿੱਚ ਆਣ ਟਿਕੇ ਸਨ। ਕਰਵਾਇਓ ਬਹੁ ਭਾਂਤ ਆਹਾਰਾ। ਤੇ ਨਾਲ ਜਿਤਨੇ ਸਿੱਖ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਆਏ, ਕੋਈ 5 ਸਿੱਖ ਸਵਾਰ ਤੇ ਮਹਾਰਾਜ ਦੇ ਨਾਲ ਮੁੱਢ ਤੋਂ ਚੱਲਦੇ ਪਏ ਨੇ। ਹੋਰ ਰਾਸਤੇ ਦੇ ਵਿੱਚ ਬਹੁਤ ਜ਼ਿਮੀਂਦਾਰ ਜਾਂ ਬਹੁਤ ਸਾਰੀ ਸਿੱਖ ਸੰਗਤ ਮਹਾਰਾਜ ਕੇ ਸੰਗ ਚੱਲਦੀ ਸੀ। ਸੋ ਇਸ ਵਿੱਚ ਜਿੱਥੇ ਮਹਾਰਾਜ ਪਹੁੰਚਦੇ ਹਨ ਉੱਥੇ ਵੱਡਾ ਇਕੱਠ ਹੋ ਜਾਂਦਾ ਹੈ। ਇੱਥੇ ਵੀ ਮਹਾਰਾਜ ਰੁਕਦੇ ਹਨ।
ਸੋ ਸਭ ਨੇ ਮਹਾਰਾਜ ਜੀ ਕੀ ਸੇਵਾ ਕੀਤੀ, ਭੋਜਨ ਪ੍ਰਸ਼ਾਦ ਆਦਿਕ ਤਿਆਰ ਕਰਵਾਇਆ, ਸਭ ਸਿੱਖਾਂ ਨੂੰ ਛਕਾਇਆ, ਮਹਾਰਾਜ ਜੀ ਨੇ ਵੀ ਛਕਿਆ ਹੈ ਜੀ। ਖਾਨ ਪਾਨ ਕਰ ਭਲੇ ਪ੍ਰਕਾਰਾ, ਭਲੀ ਪ੍ਰਕਾਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਖਾਣ ਪਾਣ ਆਦਿ ਕੀਤਾ ਹੈ ਜੀ। ਆਨਿਓ ਮੰਚ ਤਾਏ ਪਰ ਬੈਸੇ, ਇੱਕ ਸੁੰਦਰ ਆਸਨ ਵਿਛਾਇਆ ਗਿਆ ਹੈ, ਮੰਚ ਤਾਹ ਪਰ ਬੈਸੇ, ਮਹਾਰਾਜ ਫਿਰ ਉਸ ਮੰਜੀ ਦੇ ਉੱਪਰ ਆਣ ਵਿਰਾਜੇ ਸਨ। संगी सिख बोलियो तब ऐसे, महाराज जी के पास जिस वक्त महाराज उस आसन के ऊपर बैठे, फिर एक संगी सिख महाराज जी के नाल जड़ा चल रहा सी, महाराज के संग इउं वचन करदे हन। तुरकन घाल विसाली घाली, तुरकन घाल विसाली घाली, भावें ਉਹ वचन ਕੀਤੇ महाराज आप जी ਨੂੰ गिरफ्तार ਕਰਨ ਦੇ ਲਈ ਤੁਰਕਾਂ ਨੇ ਬੜਾ ਜ਼ੋਰ ਲਾਇਆ ਹੋਇਆ ਹੈ, ਬਹੁਤ ਯਤਨ ਕਰ ਰਹੇ ਨੇ। ਜਿਵੇਂ ਕਿਵੇਂ ਜੋ ਖਬਰਾਂ ਮਿਲ ਰਹੀਆਂ ਨੇ ਨਾ ਉਸ ਵਕਤ, ਮਹਾਰਾਜ ਤੁਰਕ ਬਹੁਤ ਜ਼ੋਰ ਲਾ ਰਹੇ ਹਨ ਕਿ ਜਿੱਥੇ ਕਿਤੇ ਜਿਵੇਂ ਵੀ ਸੰਭਵ ਹੋ ਸਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗ੍ਰਿਫਤਾਰ ਕੀਤਾ ਜਾਏ। ਅਵਨੀ ਰਾਜ ਤੇਜ ਬੜ ਨਾਲੀ, ਤੇ ਨਾਲ ਵੇਖੋ ਵੀ ਇਤਨੇ ਵੱਡੇ ਰਾਜ ਦੇ ਉਹ ਮਾਲਕ ਹਨ। ਅਵਨੀ ਰਾਜ ਭਾਵ ਇਹ ਵੇਖਿਆ ਜਾਵੇ ਵੀ ਜਿਸ ਵਕਤ ਬਾਦਸ਼ਾਹ ਔਰੰਗਜ਼ੇਬ ਇਸ ਹਿੰਦੁਸਤਾਨ ਦੇਸ਼ ਦਾ ਬਾਦਸ਼ਾਹ ਬਣਿਆ ਨਾ, ਤੇ ਇਕੱਲਾ ਹਿੰਦੁਸਤਾਨ ਨਹੀਂ, ਉਸ ਨੇ ਹਿੰਦੁਸਤਾਨ ਦੇ ਬਾਹਰਲੇ ਵੀ ਬਹੁਤ ਰਾਜਾਂ ਵਿੱਚ ਆਪਣੇ ਰਾਜ ਦੇ ਝੰਡੇ ਚੁਲਾਏ ਹੋਏ ਸਨ। ਉਹ ਕਾਬੁਲ, ਕੰਧਾਰ, ਅਫਗਾਨਿਸਤਾਨ, ਤਜਿਕਿਸਤਾਨ, ਬੜੀ ਦੂਰ ਦੂਰ ਤੱਕ ਉਹਦੇ ਨਾਂ ਜਿਹੜੇ ਜਰਨੈਲ ਸਨ ਉਹ ਲੜਦੇ ਸਨ। ਦੱਖਣ ਪੱਛਮ ਪੂਰਬ ਵੱਲ ਬਹੁਤ ਸਾਰੀਆਂ ਮੁਹਿੰਮਾਂ ਉਸਨੇ ਫਤਿਹ ਕੀਤੀਆਂ। ਸੋ ਜਿਹੜਾ ਤੁਰਕਾਂ ਦਾ ਰਾਜ ਹੈ ਉਹ ਸਮਝ ਲਓ ਵੀ ਇਹਨਾਂ ਨੇ ਤਾਂ ਸਾਰੀ ਧਰਤੀ ਤੇ ਹੀ ਆਪਣਾ ਰਾਜ ਜਿਹੜਾ ਹੈ ਕਾਇਮ ਕਰ ਲਿਆ ਹੈ ਜੀ। ਨਹੀਂ ਮਵਾਸੈ ਕਿਤਹੁ ਕੋਈ, ਨਹੀਂ ਮਵਾਸੈ ਭਾਵ ਇਹਨਾਂ ਦਾ ਕੋਈ ਟਾਕਰਾ ਨਹੀਂ ਕਰ ਰਿਹਾ, ਕੋਈ ਐਸਾ ਨਹੀਂ ਸਾਹਮਣੇ ਨਜ਼ਰ ਆ ਰਿਹਾ ਵੀ ਜਿਹੜਾ ਇਹਨਾਂ ਦੇ ਰਾਜ ਨੂੰ ਹੁਣ ਠੱਲ ਪਾਏ। ਜੋ ਜੀ ਆਉਂਦਾ ਹੈ ਜਿੱਥੇ ਜਾਂਦੇ ਹਨ ਜਿਸ ਵੇਲੇ ਹਮਲੇ ਕਰ ਦਿੰਦੇ ਹਨ, ਜਿਵੇਂ ਜੀ ਆਉਂਦਾ ਹੈ ਉਸੇ ਤਰ੍ਹਾਂ ਹੀ ਵਰਤਾਰੇ ਵਰਤਾ ਦਿੰਦੇ ਹਨ। ਤੁਰਕਾਂ ਦਾ ਜਿਹੜਾ ਇਦਾਂ ਦਾ ਰਾਜ ਹੈ ਦਿਨ ਬ ਦਿਨ ਵੱਧ ਰਿਹਾ ਹੈ ਜੀ। ਹਾਲਾ ਭਰੈ ਨਮ ਸਿਰ ਹੋਈ, ਤੇ ਜਿੱਥੇ ਜਿੱਥੇ ਵੀ ਇਹ ਜਾ ਬੈਠਦੇ ਹਨ ਅੱਗੇ ਜਿਹੜੀ ਵੀ ਹਕੂਮਤ ਹੈ ਜਾਂ ਕੋਈ ਪ੍ਰਜਾ ਹੈ ਜਾਂ ਆਮ ਲੋਕਾਂ ਸਾਰੇ ਹਾਲਾ ਭਰਨਾ ਸ਼ੁਰੂ ਕਰ ਦਿੰਦੇ। ਹਾਲਾ ਕਹਿੰਦੇ ਨੇ ਟੈਕਸ ਭਰਨਾ। ਜਿਵੇਂ ਕੋਈ ਰਾਜਾ ਕਿਸੇ ਰਾਜ ਨੂੰ ਆਪਣੇ ਅਧੀਨ ਲੈਂਦਾ ਹੈ ਨਾ, ਤੇ ਉਹ ਸਭ ਤੋਂ ਪਹਿਲਾਂ ਉੱਥੋਂ ਦੀ ਪ੍ਰਜਾ ਤੇ ਟੈਕਸ ਲਾਉਂਦਾ, ਉੱਥੋਂ ਦੇ ਰਾਜੇ ਨੂੰ ਆਪਣੇ ਅਧੀਨ ਕਰਦਾ, ਉੱਥੋਂ ਦਾ ਰਾਜ ਪ੍ਰਬੰਧ, ਉੱਥੋਂ ਦਾ ਰਾਜ ਕੋਸ਼ ਸਭ ਆਪਣੇ ਅਧੀਨ ਕਰ ਲੈਂਦਾ। ਸੋ ਇਦਾਂ ਗੁਰੂ ਕੇ ਸਿੱਖ ਨੇ ਬਾਤ ਕੀਤੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਿਛਲੇ ਕੁਝ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਵੀ ਤੁਰਕਾਂ ਦਾ ਰਾਜ ਦਿਨ ਬ ਦਿਨ ਬੜਾ ਵੱਧ ਰਿਹਾ ਹੈ। ਖਾਸ ਕਰਕੇ ਔਰੰਗਜ਼ੇਬ ਬਾਦਸ਼ਾਹ ਵੇਲੇ ਬੜੀਆਂ ਮੁਹਿੰਮਾਂ ਉਸਨੇ ਫਤਿਹ ਕੀਤੀਆਂ। ਸੋ ਜਿੱਧਰ ਜਿੱਧਰ ਵੀ ਇਹ ਮੁੱਖ ਕਰਦੇ ਨੇ ਤੇ ਉਸ ਸਾਰੇ ਰਾਜ ਨੂੰ ਜਿੱਤ ਲੈਂਦੇ ਨੇ, ਤੇ ਰਾਜਕੋਸ਼, ਖਜ਼ਾਨੇ, ਪ੍ਰਜਾ ਸਭ ਆਪਣੇ ਵੱਸ ਵਿੱਚ ਕਰ ਲੈਂਦੇ ਨੇ, ਤੇ ਆਪਣੇ ਕਾਨੂੰਨ, ਆਪਣੀ ਜੋ ਚਾਲ ਹੈ ਉਸੇ ਤਰੀਕੇ ਸਭ ਚਲਾਉਣ ਦਾ ਯਤਨ ਕਰਦੇ ਹਨ। ਤੇ ਜਿੱਥੇ ਜਿੱਥੇ ਵੀ ਇਹਨਾਂ ਦਾ ਰਾਜ ਹੁੰਦਾ ਹੈ ਫਿਰ ਭੈ ਦੇ ਗ੍ਰਸੇ ਹੋਏ ਆਮ ਲੋਕ ਜਾਂ ਰਾਜਾ ਪ੍ਰਜਾ ਸਭ ਇਹਨਾਂ ਦੀ ਹਕੂਮਤ ਨੂੰ ਪ੍ਰਵਾਨ ਕਰਕੇ ਤੇ ਹਾਲਾ ਟੈਕਸ ਕਰ ਭਰਦੇ ਹਨ। ਸੁਣ ਕੇ ਸਤਿਗੁਰ ਬਾਕ ਬਖਾਨਾ, ਸਿੱਖ ਨੇ ਕਾਰਨ ਪੁੱਛਿਆ ਵੀ ਮਹਾਰਾਜ ਇਹ ਕਾਰਨ ਕੀ ਹੈ। ਤੇ ਫਿਰ ਜਿਸ ਵਕਤ ਸਤਿਗੁਰਾਂ ਨੇ ਇਹ ਵਚਨ ਸੁਣਿਆ ਫਿਰ ਆਪਣੇ ਮੁਖ ਤੋਂ ਆਪਣੇ ਸਿੱਖ ਨੂੰ ਸਹਿਜ ਸੁਭਾਏ ਹੀ ਇਹ ਜਵਾਬ ਬਖਸ਼ਦੇ ਹਨ। ਸਨੇ ਸਨੇ ਅਬ ਕਰ ਹੈ ਹਾਨਾ, ਮਹਾਰਾਜ ਨੇ ਕਿਹਾ ਵੀ ਵੇਖੋ ਇਹ ਰਾਜ ਤੇ ਇਹਨਾਂ ਨੂੰ ਮਿਲਿਆ ਹੈ ਤੇ ਰਾਜ ਵਧਿਆ ਵੀ ਇਹਨਾਂ ਦਾ ਬਹੁਤ ਹੈ। ਕਿਉਂਕਿ ਜੇ ਰਾਜ ਦੇ ਆਰੰਭ ਦੀ ਗੱਲ ਕਰੀਏ ਤੇ ਜਿਸ ਵਕਤ ਬਾਬਾ ਨਾਨਕ ਸਾਹਿਬ ਜੀ ਸੰਸਾਰ 'ਚ ਵਿਚਰੇ, ਬਾਬਰ ਚੜ੍ਹ ਕੇ ਆਇਆ, ਉਦੋਂ ਤੋਂ ਇਹ ਰਾਜ ਵਧਣਾ ਸ਼ੁਰੂ ਹੋਇਆ। ਸਹਿਜੇ ਸਹਿਜੇ ਇਹ ਰਾਜ ਇੰਨੀ ਬੁਲੰਦੀ ਸਿਖਰ ਤੇ ਪਹੁੰਚ ਗਿਆ ਵੀ ਹਰ ਪਾਸੇ ਇਸ ਰਾਜ ਦੀ ਗੱਲ ਹੋਣ ਲੱਗੀ। ਬਹੁਤ ਰਾਜ ਜਿਹੜਾ ਵਧਿਆ ਹੈ, ਸਨੇ ਸਨੇ ਅਬ ਹੋਏ ਹੈ ਹਨ, ਲੇਕਿਨ ਹੁਣ ਇਹ ਰਾਜ ਉਸ ਪਾਸੇ ਵੱਲ ਤੁਰ ਪਿਆ ਵੀ ਸਹਿਜੇ ਸਹਿਜੇ ਇਸ ਰਾਜ ਦਾ ਖਾਤਮਾ ਹੋ ਜਾਣਾ ਹੈ ਜੀ। ਪਾਪ ਵਡੇਰੇ ਕੋ ਨਿਤ ਲਾਗੇ, ਕਿਉਂਕਿ ਇਹ ਜਿਤਨੇ ਵੀ ਹੁਣ ਰਾਜੇ ਬਣੇ ਹਨ ਨਾ, ਜਿੱਥੇ ਜਿੱਥੇ ਵੀ ਇਹ ਰਾਜ ਫੈਲਿਆ ਹੈ, ਇਹ ਹੁਣ ਰਾਜ ਨਹੀਂ ਕਰ ਰਹੇ, ਰਾਜ ਦੇ ਨਾਮ ਹੇਠ ਇਹ ਪ੍ਰਜਾ ਤੇ ਜ਼ੁਲਮ ਕਰ ਰਹੇ ਹਨ, ਜੋ ਕਿ ਇਹ ਰਾਜ ਦੇ ਅੰਦਰ ਪਾਪ ਵਰਤ ਰਿਹਾ ਹੈ। ਭਏ ਅੰਧ ਦੁਰਮਤ ਚਿਤ ਭਾਗੇ, ਕਿਉਂਕਿ ਰਾਜ ਦੇ ਨਸ਼ੇ ਦੇ ਵਿੱਚ ਅੰਨੇ ਹੋ ਕਰਕੇ ਉਹ ਕਾਰਜ ਕਰ ਰਹੇ ਹਨ ਜਿਹੜੇ ਮਾੜੀ ਮੱਤ ਵਾਲੇ ਮਨੁੱਖ ਕਰਦੇ ਨੇ। ਦੁਰਮਤ ਦੇ ਗ੍ਰਸੇ ਹੋਏ ਗਲਤ ਕਾਰਜ ਜੋ ਆਪਾਂ ਕਹਿ ਲਈਏ, ਰਾਜ ਦੇ ਪ੍ਰਤਾਪ ਅੰਦਰ ਹੁਣੇ ਆਪਣੀਆਂ ਅਸੂਲਾਂ ਤੋਂ, ਧਰਮ ਤੋਂ ਹਟ ਕਰਕੇ ਜੋ ਕੁਝ ਵੀ ਕਰ ਰਹੇ ਹਨ ਉਹ ਇਹ ਗਲਤ ਕਰ ਰਹੇ ਹਨ।
ਤੇ ਇਸੇ ਚੀਜ਼ ਦਾ ਨਤੀਜਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸਾਰਾ ਰਾਜ ਪ੍ਰਤਾਪ ਤੇਜ ਜੋ ਹੈ ਉਹ ਨਸ਼ਟ ਹੋ ਜਾਵੇਗਾ। ਤਪਨ ਮਹਾਤਵ ਧਰਮ ਕਮਾਵਨ। ਤਪਨ ਮਹਾਤਪ ਧਰਮ ਕਮਾਵਣ। ਮਹਾਰਾਜ ਨੇ ਫਿਰ ਮੁੱਢ ਦੀ ਗੱਲ ਕੀਤੀ ਵੀ ਇੱਕ ਮਨੁੱਖ ਰਾਜਾ ਕਦੋਂ ਬਣਿਆ ਕਰਦਾ ਹੈ, ਇਹਦਾ ਕਾਰਨ ਕੀ ਹੁੰਦਾ, ਕਿਵੇਂ ਇੱਕ ਮਨੁੱਖ ਰਾਜ ਪਦਵੀ ਤੇ ਬਜਾਂਦਾ ਹੈ। ਮਹਾਰਾਜ ਕਹਿਣ ਲੱਗੇ ਵੀ ਜਿਵੇਂ ਇੱਕ ਆਮ ਮਨੁੱਖ ਆਪਣੇ ਜੀਵਨ ਵਿੱਚ ਕੋਈ ਵੱਡਾ ਤਪ ਵਾਲਾ ਕਾਰਜ ਕਰੇ, ਕੋਈ ਸੇਵਾ ਕਰੇ, ਸਿਮਰਨ ਕਰੇ, ਕੋਈ ਤਪ ਕਰੇ, ਉਹ ਵੱਡਾ ਜਿਹੜਾ ਸ਼ੁਭ ਕਾਰਜ ਹੈ ਉਸ ਦਾ ਫਲ ਫਿਰ ਉਸ ਨੂੰ ਇਹ ਰਾਜ ਪ੍ਰਾਪਤ ਹੁੰਦਾ ਹੈ। ਯਾਤੇ ਰਾਸੋ ਤੇਜ ਬਦਾਵਨ। ਫਿਰ ਜਿਵੇਂ ਉਹ ਇੱਕ ਧਰਮੀ ਮਨੁੱਖ ਰਾਜਾ ਬਣਦਾ ਹੈ ਤੇ ਉਹਦੇ ਸ਼ੁਭ ਕਰਮਾਂ ਦੇ ਨਾਲ ਉਹਦੇ ਰਾਜ ਦਾ ਤੇਜ ਵੱਧਦਾ ਹੈ। ਸਹਿਜੇ ਜਿਵੇਂ ਇੱਕ ਚੰਗਾ ਮਨੁੱਖ ਪਹਿਲ ਦੇ ਆਧਾਰ ਤੇ ਰਾਜਾ ਬਣੇ ਨਾ, ਤੇ ਕੁਝ ਸਮਾਂ ਉਹ ਐਸੇ ਕਰਮ ਕਰਦਾ ਹੈ ਵੀ ਲੁਕਾਈ ਉਸ ਨੂੰ ਬੜੀਆਂ ਅਸੀਸਾਂ ਦਿੰਦੀ ਹੈ, ਤੇ ਉਹ ਜਿਹੜੀਆਂ ਅਸੀਸਾਂ ਹੁੰਦੀਆਂ ਨੇ ਉਹਦੇ ਰਾਜ ਵਿੱਚ ਬਹੁਤ ਵੱਡਾ ਵਾਧਾ ਲਿਆਉਂਦੀਆਂ ਨੇ, ਉਹਦਾ ਰਾਜ ਬਹੁਤ ਦੂਰ ਦੂਰ ਤੱਕ ਫੈਲ ਜਾਂਦਾ ਹੈ ਜੀ। ਹੋ ਪ੍ਰਿਥੀਪਤ ਫਲ ਕੋ ਪਾਵੈ। ਤੇ ਸਹਿਜੇ ਫਿਰ ਉਹ ਜਿਹੜਾ ਮਨੁੱਖ ਹੈ ਪ੍ਰਿਥੀਪਤ ਭਾਵ ਇਹ ਸਾਰੀ ਧਰਤੀ ਦਾ ਰਾਜਾ ਬਣ ਜਾਂਦਾ। ਇਹ ਫਲ ਹੁੰਦਾ, ਜਿਵੇਂ ਇਹ ਇਉਂ ਕਹਿ ਲਈਏ ਵੀ ਮਹਾਰਾਜ ਜੀ ਨੇ ਮੁੱਢ ਤੋਂ ਸਾਰੀ ਗੱਲ ਸਮਝਾ ਦਿੱਤੀ ਹੈ। ਰਾਜਾ ਬਣਦਾ ਕਿਵੇਂ ਬਣਦਾ ਮਨੁੱਖ, ਕਿ ਉਹ ਜਿਹੜਾ ਰਾਜਾ ਹੈ ਉਹ ਆਪਣੇ ਸ਼ੁਭ ਕਰਮ ਤੋਂ ਤੁਰਿਆ, ਕਿਸੇ ਸ਼ੁਭ ਕਰਮ ਦੇ ਪ੍ਰਤਾਪ ਦੇ ਨਾਲ ਉਹ ਰਾਜ ਭਾਗ ਦੀ ਕੁਰਸੀ ਤੱਕ ਪਹੁੰਚਿਆ, ਤੇ ਉਸ ਰਾਜ ਭਾਗ ਦੇ ਤਖਤ ਸਿੰਘਾਸਨ ਤੇ ਬੈਠ ਕਰਕੇ ਉਸਨੇ ਪ੍ਰਜਾ ਨੂੰ ਸੁੱਖ ਦੇਣਾ ਸ਼ੁਰੂ ਕੀਤਾ। ਜਦੋਂ ਪ੍ਰਜਾ ਨੂੰ ਸੁੱਖ ਦੇਣਾ ਸ਼ੁਰੂ ਕੀਤਾ ਤੇ ਪ੍ਰਜਾ ਦੀਆਂ ਅਸੀਸਾਂ ਨੇ ਉਹਦੇ ਰਾਜ ਵਿੱਚ ਇੰਨਾ ਵਾਧਾ ਕਰ ਦਿੱਤਾ ਵੀ ਉਹ ਸਾਰੀ ਸ੍ਰਿਸ਼ਟੀ ਦਾ, ਉਹ ਕਹਿ ਲਈਏ ਵੀ ਸਾਰੀ ਧਰਤੀ ਦਾ ਰਾਜਾ ਬਣ ਗਿਆ ਹੈ ਜੀ। ਨਿਰਪਤ ਬਨੈ ਪੁਨ ਧਰਮ ਕਮਾਵੈ। ਨਿਰਪਤ ਜਦੋਂ ਧਰਤੀ ਦਾ ਉਹ ਰਾਜਾ ਬਣ ਜਾਵੇ, ਫਿਰ ਜੇਕਰ ਤਾਂ ਉਹ ਆਪਣੇ ਜੀਵਨ ਵਿੱਚ ਅੱਗੇ ਧਰਮ ਕਮਾਉਂਦਾ ਜਾਏ ਜੀ। ਕਰਿਓ ਨਹਾਉ ਨ ਲੋਭੀ ਬਨੈ। ਤੇ ਧਰਮੀ ਰਾਜੇ ਦਾ ਅਸੂਲ ਕੀ ਹੈ, ਉਹ ਨਿਆਂ ਕਰੇ, ਕਿਸੇ ਨਾਲ ਧੋਖਾ ਨਾ ਕਰੇ, ਕਿਸੇ ਨਾਲ ਕੋਈ ਠੱਗੀ ਆਦਿਕ ਨਾ ਕਰੇ, ਸਭ ਦੇ ਨਾਲ ਇੱਕੋ ਜਿਹਾ ਨਿਆਂ ਕਰੇ, ਤੇ ਲੋਭੀ ਨਾ ਬਣੇ, ਭਾਵ ਬਿਨਾਂ ਮਤਲਬ ਦੇ ਕਰ ਲਾ ਕਰਕੇ, ਟੈਕਸ ਲਾ ਕਰਕੇ ਜਨਤਾ ਦਾ ਖੂਨ ਪੀਣਾ, ਐਸਾ ਕੁਝ ਰਾਜੇ ਦੇ ਰਾਜ ਵਿੱਚ ਨਹੀਂ ਹੋਣਾ ਚਾਹੀਦਾ। ਜੇਕਰ ਨਹੀਂ ਹੁੰਦਾ ਤੇ ਇਹਦਾ ਮਤਲਬ ਇਹ ਹੈ ਵੀ ਉਹ ਧਰਮੀ ਰਾਜਾ ਹੈ। ਤੇ ਧਰਮੀ ਰਾਜੇ ਦਾ ਰਾਜ ਜਿਹੜਾ ਹੈ ਕੁਦਰਤੀ ਤੌਰ ਤੇ ਪਰਮਾਤਮਾ ਵੱਲੋਂ ਬਹੁਤ ਵਧੀਆ ਕਰਦਾ ਹੈ। ਰਛੈ ਜਗਤ ਦਇਆ ਮਨ ਸਨੈ। ਰਛਿਆ ਜਗਤ, ਰਾਜੇ ਦਾ ਧਰਮ ਹੀ ਇਹ ਹੈ। ਗੁਰਮੁਖੋ ਗੁਰਬਾਣੀ ਵਿੱਚ ਵੀ ਇਹ ਗੱਲ ਲਿਖੀ ਮਹਾਰਾਜ ਨੇ, ਤਖਤ ਰਾਜਾ ਸੋਭੈ ਜੋ ਤਖਤੈ ਲਾਇਕ ਹੋਈ। ਰਾਜਾ ਵੀ ਬਣ ਸਕਦਾ। ਤੇ ਦੂਜੀ ਗੱਲ, ਰਾਜੇ ਦਾ ਅਸੂਲ ਕੀ ਹੈ, ਰਾਜੇ ਚੁਲੀ ਨਿਆਉ ਕੀ। ਰਾਜੇ ਦਾ ਜਿਹੜਾ ਮੁੱਖ ਕਰਮ ਹੈ ਨਿਆਂ ਕਰਨਾ। ਰਾਜੇ ਦਾ ਮੁੱਖ ਕਰਮ ਕੀ ਹੈ, ਰੱਛਿਆ ਜਗਤ ਦਇਆ ਮਨ ਸਣੈ, ਆਪਣੇ ਪ੍ਰਜਾ ਦੀ ਰੱਖਿਆ ਕਰਨੀ, ਲੋੜਾਂ ਥੋੜਾਂ ਦੀ ਪੂਰਤੀ ਕਰਨੀ, ਦੁੱਖ ਸੁੱਖ ਵੇਲੇ ਹਾਮੀ ਬਣਨਾ। ਇਸ ਵਿਧ ਆਪਣੀ ਪ੍ਰਜਾ ਦੇ ਨਾਲ ਹੋ ਕਰਕੇ ਰਾਜੇ ਤੁਰਿਆ ਕਰਦੇ ਹਨ। ਦੁੱਖ ਨਿਵਾਰੈ ਸੁਖ ਕੋ ਦੇਹੈ। ਆਪਣੀ ਪ੍ਰਜਾ ਦੇ ਦੁੱਖ ਦੇ ਨਿਵਾਰਨ ਦੇ ਲਈ ਰਾਜੇ ਉਦਮ ਕਰਦੇ ਨੇ। ਆਪਣੀ ਪ੍ਰਜਾ ਦੀ ਭੁੱਖ ਨੂੰ ਖਤਮ ਕਰਨ ਦੇ ਲਈ ਰਾਜੇ ਅੰਨ ਵੰਡਿਆ ਕਰਦੇ ਨੇ। ਜਿਵੇਂ ਆਪਾਂ ਵੇਖਦੇ ਹਾਂ ਨਾ, ਖਾਲਸਾ ਰਾਜ ਆਇਆ ਤੇ ਖਾਲਸਾ ਰਾਜ ਦਾ ਮੁੱਖ ਨੁਮਾਇੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਖਜ਼ਾਨਿਆਂ ਚੋਂ ਆਪ ਬੋਰੀਆਂ ਚੁੱਕ ਕੇ ਪ੍ਰਜਾ ਦੇ ਘਰ ਵਿੱਚ ਸੱਟ ਕੇ ਆਉਂਦੇ ਹੁੰਦੇ ਸਨ। ਇਹ ਰਾਜੇ ਦਾ ਧਰਮ ਹੈ। ਰਾਜਾ ਆਪਣੀ ਪ੍ਰਜਾ ਦੇ ਦੁੱਖ ਦੇ ਲਈ ਆਪ ਅੱਗੇ ਹੋ ਕਰਕੇ ਲੜਦਾ ਹੈ। ਪ੍ਰਜਾ ਦੀ ਭੁੱਖ ਦੇ ਲਈ ਆਪਣੇ ਅੰਨਾਂ ਦੇ ਦੁਆਰ ਖੋਲ ਦਿੰਦਾ ਵੀ ਮੇਰਾ ਪ੍ਰਜਾ ਦਾ ਕੋਈ ਵੀ ਮਨੁੱਖ ਭੁੱਖ ਨਾਲ ਨਾ ਮਰੇ। ਇਹ ਧਰਮ ਦੇ ਰਾਜੇ ਦੇ ਲੱਖਣ ਹਨ। ਉਚਿਤ ਪ੍ਰਜਾ ਤੇ ਧਨ ਕੋ ਲੇਹ। ਉਚਿਤ ਪ੍ਰਜਾ ਤੇ ਜਿੰਨਾ ਕੁ ਲੋੜ ਮੁਤਾਬਕ ਰਾਜ ਪ੍ਰਬੰਧ ਦੇ ਲਈ ਯੋਗ ਲੋੜ ਹੁੰਦੀ ਹੈ, ਕਿਉਂਕਿ ਰਾਜ ਪ੍ਰਬੰਧ ਚਲਾਉਣ ਦੇ ਲਈ ਵੀ ਧਨ ਦੀ ਲੋੜ ਹੁੰਦੀ ਹੈ। ਤੇ ਜਿੰਨੀ ਕੁ ਲੋੜ ਹੈ ਓਨਾ ਹੀ ਧਨ ਜਨਤਾ ਪਾਸੋਂ ਪ੍ਰਜਾ ਪਰਸੋਂ ਉਗਰਾਉਣਾ। ਐਸਾ ਨਹੀਂ ਵੀ ਬੇਲੋੜਾ ਧਨ ਇਕੱਠਾ ਕਰ ਲੈਣਾ। ਜਿਵੇਂ ਆਪਾਂ ਅੱਜ ਦੇ ਸਮੇਂ ਵਿੱਚ ਵੇਖਦੇ ਹਾਂ, ਮੌਜੂਦਾ ਸਮੇਂ ਦੇ ਰਾਜੇ ਆਪਣੇ ਇਲੈਕਸ਼ਨ ਜਿੱਤਣ ਦੇ ਲਈ ਪ੍ਰਜਾ ਦਾ ਖੂਨ ਨਿਚੋੜ ਲੈਂਦੇ ਨੇ। ਇਹ ਰਾਜ ਨਹੀਂ ਹੈ ਗੁਰਮੁਖੋ। ਮਹਾਰਾਜ ਕਹਿਣ ਲੱਗੇ ਅਸਲ ਰਾਜਾ ਉਹ ਹੈ ਕਿ ਜਿਹੜਾ ਉਚਿਤ ਧਨ ਪ੍ਰਜਾ ਤੋਂ ਉਹਨਾਂ ਕੋਲ ਲਵੇ, ਜਿਹਦੇ ਨਾਲ ਉਹਦੇ ਰਾਜ ਪ੍ਰਬੰਧ ਦਾ ਕੰਮ ਵੀ ਸੁਚੱਜਾ ਚੱਲਦਾ ਰਹੇ ਤੇ ਪ੍ਰਜਾ ਵੀ ਸੁਖੀ ਰਹੇ ਜੀ। ਤਸਕਰ ਬਟਪਾਰਨ ਕੋ ਮਾਰੈ। ਤਸਕਰ ਜਿਹੜੇ ਲੁਟੇਰੇ ਹੁੰਦੇ ਨੇ ਰਾਜ ਵਿੱਚ, ਆਮ ਪ੍ਰਜਾ ਨੂੰ ਲੁੱਟਣ ਵਾਲੇ ਚੋਰ ਆਦਿਕ ਹੁੰਦੇ ਨੇ। ਰਾਜੇ ਦਾ ਧਰਮ ਹੈ ਵੀ ਆਪਣੇ ਰਾਜ ਵਿੱਚ ਪਹਿਲੇ ਉਹਨਾਂ ਦਾ ਖਾਤਮਾ ਕਰੇ। ਤੇ ਵੇਖੋ ਕਿੱਡੀ ਪਿਆਰੀ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ। ਅੱਜ ਦੇ ਸਮੇਂ ਵਿੱਚ ਥੋੜਾ ਜਿਹਾ ਖਿਆਲ ਕਰਕੇ ਵੇਖੋ, ਜਿਹੜੇ ਪ੍ਰਜਾ ਨੂੰ ਲੁੱਟ ਰਹੇ ਨੇ, ਪ੍ਰਜਾ ਨੂੰ ਮਾਰ ਰਹੇ ਨੇ, ਪ੍ਰਜਾ ਦੇ ਨਾਲ ਧੋਖੇ ਕਰ ਰਹੇ ਨੇ, ਕਿਹੜਾ ਰਾਜਾ ਉਹਨਾਂ ਨੂੰ ਸਜ਼ਾ ਦੇ ਰਿਹਾ? ਰਾਜੇ ਤਾਂ ਹਮੈਤੀ ਹੋ ਗਿਆ ਉਹਨਾਂ ਦੇ। ਤੇ ਮਹਾਰਾਜ ਨੇ ਸੱਚ ਕਹਿ ਵੀ ਦਿੱਤਾ ਬਾਣੀ ਵਿੱਚ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ।
ਜਾਂ ਰਾਜੇ ਮਹਾਰਾਜ ਨੇ ਜਿਵੇਂ ਬਾਣੀ ਵਿੱਚ ਕਿਹਾ ਨਾ, ਪਰਜਾ ਜਿਹੜੀ ਹੈ ਉਹ ਲਤਾੜੀ ਜਾ ਰਹੀ ਹੈ, ਤੇ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਏ ਨ ਬੈਠੇ ਸੁੱਤੇ, ਚਾਕਰ ਨੇ ਦਾ ਪਾਏ ਨੂੰ ਕਾਉ ਰਤ ਪਿੱਤ ਕੁੱਤੇ ਉਚਟ ਜੇ। ਕੋਈ ਰਾਜਿਆਂ ਦੇ ਲੱਛਣ ਨੇ ਗੁਰਮੁਖੋ। ਸੋ ਇਸ ਵੇਲੇ ਮਹਾਰਾਜ ਕਹਿਣ ਲੱਗੇ ਰਾਜੇ ਤੇ ਉਹ ਨੇ ਜਿਹੜੇ ਤਸਕਰਾਂ ਨੂੰ ਮਾਰ ਕੇ ਤੇ ਆਪਣੀ ਪਰਜਾ ਨੂੰ ਸੁੱਖ ਦਿਆ ਕਰਦੇ ਨੇ, ਤੇ ਜਿਹੜੇ ਐਸੇ ਰਾਜੇ ਹੁੰਦੇ ਨੇ ਨਾ ਤੇ ਉਹਨਾਂ ਦੇ ਰਾਜ ਫਿਰ ਕਈ ਯੁਗਾਂ ਤੱਕ ਸਲਾਮਤ ਰਹਿੰਦੇ ਹਨ। ਇਤਿਆਦਿਕ ਗਨ ਬਿਗਨ ਬਿਦਾਰੈ। ਇਤਿਆਦਿ ਕੇ ਕੁਛ ਲਕਸ਼ਣ ਦੱਸੇ ਨੇ ਮਹਾਰਾਜ ਨੇ ਇੱਕ ਸੱਚੇ ਸੁੱਚੇ ਧਰਮੀ ਰਾਜੇ ਦੇ ਜੀ। ਤਿਸ ਕੀ ਕੁਲ ਤੇ ਰਾਜ ਨ ਜਾਏ। ਜੇ ਕੋਈ ਐਸਾ ਰਾਜਾ ਹੈ ਸੰਸਾਰ ਵਿੱਚ, ਮਹਾਰਾਜ ਕਹਿਣ ਲੱਗੇ ਉਹਦਾ ਜਿਹੜਾ ਰਾਜ ਹੈ ਕੁਲਾਂ ਤੱਕ ਸਲਾਮਤ ਰਹਿੰਦਾ ਹੈ। ਉਹ ਰਾਜ ਜਿਹੜਾ ਹੈ ਨਾ ਅੱਗੇ ਤੋਂ ਅੱਗੇ ਫਿਰ ਉਹ ਰਾਜ ਸਲਾਮਤ ਬਣਿਆ ਰਹਿੰਦਾ ਹੈ। ਰਾਜੇ ਰਾਜ ਕਰਦੇ ਹਨ ਜੀ। ਜਥਾ ਜੋਗ ਜੋ ਧਰਮ ਚਲਾਏ। ਜੇਕਰ ਕੋਈ ਧਰਮੀ ਹੋ ਕਰਕੇ ਰਾਜ ਚਲਾਵੇ, ਵੇਖੋ ਰਾਜ ਗੁਰੂ ਨਾਨਕ ਸਾਹਿਬ ਜੀ ਦਾ ਵੀ ਚੱਲਦਾ ਹੈ। ਆਪਾਂ ਮੀਰੀ ਪੀਰੀ ਦਾ ਸਿਧਾਂਤ ਪੜ੍ਹਦੇ ਆ ਨਾ, ਇਹ ਉਹ ਰਾਜ ਹੈ ਜਿਹਦੇ ਵਿੱਚ ਧਰਮ ਸਲਾਮਤ ਹੈ, ਰਾਜਨੀਤੀ ਵੀ ਹੈ ਤੇ ਧਰਮ ਵੀ ਹੈ। ਕੋਈ ਹਜ਼ਾਰਾਂ ਹਕੂਮਤਾਂ ਇਸ ਰਾਜ ਨਾਲ ਟੱਕਰ ਲੈਂਦੀਆਂ ਆਉਂਦੀਆਂ ਨੇ ਤੇ ਰਹਿੰਦੇ ਦੁਨੀਆ ਤੱਕ ਲੈਂਦੀਆਂ ਰਹਿਣਗੀਆਂ, ਪਰ ਇਹ ਰਾਜ ਕਦੇ ਸਲਾਮਤ ਹੋਣ ਵਾਲਾ ਨਹੀਂ। ਇੱਥੇ ਸੱਚ ਦੀ ਆਵਾਜ਼ ਗੂੰਜਦੀ ਰਹਿਣੀ ਹੈ। ਇੱਕ ਉਹ ਰਾਜ ਨੇ, ਅਨੇਕਾਂ ਰਾਜੇ ਬਣ ਤਖਤਾਂ ਤੇ ਬੈਠੇ, ਸਮਾਂ ਪਾ ਕਰਕੇ ਅੱਜ ਉਹਨਾਂ ਦੇ ਨਾਮੋ ਨਿਸ਼ਾਨ ਮਿਟ ਗਏ। ਜਿਹੜੇ ਬੈਠੇ ਨੇ ਜੇ ਧਰਮ ਤੇ ਅਸੂਲਾਂ ਤੇ ਕਾਇਮ ਨਹੀਂ ਤੇ ਮਿਟ ਇਹਨਾਂ ਨੇ ਵੀ ਜਾਣਾ ਹੈ। ਸੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਦਾਂ ਬਖਸ਼ਿਸ਼ ਕੀਤੀ, ਕਹਿ ਲੱਗੇ ਭਾਈ ਸਿੱਖੋ ਅਸਲ ਰਾਜੇ ਦੀਆਂ ਨਿਸ਼ਾਨੀਆਂ ਹਨ। ਜਿਨੂ ਪ੍ਰਥਮ ਤਪ ਕਰ ਭੇ ਰਾਜਾ। ਜਿਹੜੇ ਪ੍ਰਥਮ ਤਪ ਕਰਕੇ ਆਪ ਇਸ ਪਦਵੀ ਤੱਕ ਭਾਵ ਰਾਜ ਭਾਗ ਤੱਕ ਪੁੱਜੇ ਹਨ। ਰਾਜ ਪਾਏ ਪੁਨ ਲੱਗੇ ਕੁਕਾਜਾ। ਤੇ ਰਾਜ ਪਾ ਕਰਕੇ ਪੁੰਨ ਲੱਗੇ ਕੁਕਾਜਾ, ਭਾਵ ਰਾਜ ਪ੍ਰਾਪਤ ਕਰਕੇ ਤੇ ਹੁਣ ਭੈੜੇ ਕਰਮਾਂ ਵਿੱਚ ਪ੍ਰਵਰਤ ਹੋ ਗਏ ਨੇ। ਰਾਜ ਦੀ ਕੁਰਸੀ ਤੇ ਪਹੁੰਚ ਕਰਕੇ ਤੇ ਪ੍ਰਜਾ ਨੂੰ ਜਿਨ੍ਹਾਂ ਨੇ ਕਤਲ ਕਰਨਾ, ਮਾਰਨਾ, ਕੁੱਟਣਾ, ਲੁੱਟਣਾ ਸ਼ੁਰੂ ਕਰ ਦਿੱਤਾ ਹੈ ਜੀ। ਵਿਸ਼ੇ ਭੋਗ ਮੈਂ ਭੋਗਲ ਤਾਨੇ। ਵਿਸ਼ੇ ਭੋਗ ਭਾਵ ਰਾਜ ਭਾਗ ਦੀ ਕੁਰਸੀ ਪ੍ਰਾਪਤ ਕਰਕੇ ਤੇ ਵਿਸ਼ਿਆਂ ਵਿੱਚ ਗਰਸੇ ਗਏ ਹਨ। ਪ੍ਰਜਾ ਕਸ਼ਟ ਕੋ ਸੁਨੈ ਨ ਜਾਣੇ। ਨਾ ਤੇ ਉਹ ਕਦੇ ਪ੍ਰਜਾ ਦਾ ਕਸ਼ਟ ਮਹਿਸੂਸ ਕਰਦੇ ਨੇ, ਨਾ ਉਹਨਾਂ ਕਦੇ ਸੁਣਿਆ ਤੇ ਨਾ ਹੀ ਉਹਨਾਂ ਨੂੰ ਕੋਈ ਪ੍ਰਜਾ ਦੀ ਪੀੜ ਹੈ। ਜਿਵੇਂ ਸਮੇਂ ਦੇ ਹੁਕਮਰਾਨ ਔਰੰਗਜ਼ੇਬ ਦੀ ਗੱਲ ਆਵੇਗੀ ਅੱਗੇ, ਕਿਉਂਕਿ ਸਿੱਖ ਨੇ ਪੁੱਛਿਆ ਸੀ ਨਾ ਵੀ ਇੰਨਾ ਰਾਜ ਕਿਵੇਂ ਵੱਧ ਗਿਆ। ਮਹਾਰਾਜ ਨੇ ਪਹਿਲਾਂ ਚੰਗੇ ਰਾਜੇ ਦੀਆਂ ਨਿਸ਼ਾਨੀਆਂ ਦੱਸੀਆਂ, ਫਿਰ ਮਾੜੇ ਰਾਜੇ ਦੇ ਔਗਣ ਦੱਸੇ, ਤੇ ਨਾਲ ਇਹ ਵੀ ਕਹਿ ਦਿੱਤਾ ਵੀ ਗੁਰਮੁਖੋ ਰਾਜ ਜਿਹੜਾ ਹੈ ਤਪ ਤੋਂ ਮਿਲਦਾ ਹੈ, ਤੇ ਤਪ ਕਰਕੇ ਮਨੁੱਖ ਰਾਜਾ ਬਣਦਾ, ਰਾਜਾ ਬਣ ਕੇ ਮਨੁੱਖ ਨਰਕਾਂ ਦਾ ਅਧਿਕਾਰੀ ਬਣ ਜਾਂਦਾ। ਜਿਵੇਂ ਆਪਾਂ ਇੱਕ ਕਹਾਵਤ ਵੀ ਸੁਣਦੇ ਆ ਨਾ, ਖਾਸ ਕਰਕੇ ਆਪਣੇ ਇੱਧਰ ਪੰਜਾਬ ਵਿੱਚ ਬੜੀ ਬੋਲੀ ਜਾਂਦੀ ਹੈ, ਤਪੋ ਰਾਜ ਰਾਜੋ ਨਰਕ। ਤਪ ਕਰਕੇ ਰਾਜਾ ਬਣਿਆ, ਰਾਜਾ ਬਣ ਕੇ ਐਸੇ ਕੁਕਰਮ ਕੀਤੇ ਵੀ ਦੁੱਖਾਂ 'ਚ ਪੈ ਕੇ ਖਤਮਾ ਕਰ ਲਿਆ, ਆਪ ਵੀ ਗਿਆ ਤੇ ਰਾਜ ਭਾਗ ਕੁਲ ਦਾ ਵੀ ਨੁਕਸਾਨ। ਇਦਾਂ ਸੋ ਮਹਾਰਾਜ ਨੇ ਕਿਹਾ ਵੀ ਜਿਹੜੇ ਰਾਜੇ ਬਣ ਜਾਂਦੇ ਨੇ ਲੇਕਿਨ ਫਿਰ ਉਸ ਤੋਂ ਬਾਅਦ ਧਰਮ ਤੋਂ ਡਿੱਗ ਪੈਂਦੇ ਨੇ। ਪ੍ਰਜਾ ਕਸ਼ਟ ਤੇ ਸੁਣਿਆ ਨਾ ਜਾਣੇ, ਨਾ ਉਹਨਾਂ ਕਦੀ ਪ੍ਰਜਾ ਦਾ ਕਸ਼ਟ ਸੁਣਿਆ ਤੇ ਨਾ ਹੀ ਕਦੇ ਜਾਣਿਆ ਹੈ ਜੀ। ਜਯੋ ਕਯੋ ਕਰ ਲੈ ਤਨ ਕੋ ਛੀਨ। ਜਿਵੇਂ ਕਿਵੇਂ ਜਥਾ ਸ਼ਕਤ ਜਿਵੇਂ ਵੀ ਸੰਭਵ ਹੋਵੇ ਆਪਣੀ ਪ੍ਰਜਾ ਦਾ ਧਨ ਲੁੱਟਦੇ ਹਨ। ਕੋਈ ਵੀ ਤਰੀਕਾ ਵਰਤਣਾ ਪਵੇ ਪ੍ਰਜਾ ਪਾਸੋਂ ਧਨ ਖੋਹਣ ਦੇ ਲਈ ਉਹ ਉਤਾਵਲੇ ਰਹਿੰਦੇ ਹਨ ਜੀ। ਦਇਆ ਨ ਠਾਨੈ ਦੇਖੈ ਦੀਨ। ਪ੍ਰਜਾ ਪ੍ਰਤੀ, ਲੁਕਾਈ ਪ੍ਰਤੀ ਉਹਨਾਂ ਰਾਜਿਆਂ ਦੇ ਵਿੱਚ ਰੰਚਕ ਮਾਤਰ ਵੀ ਦਇਆ ਨਹੀਂ ਹੈ। ਤੇ ਕਿਹੜਾ ਰਾਜਾ ਗੁਰਮੁਖੋ ਅਜੋਕੇ ਸਮੇਂ 'ਚ ਵੀ ਆਪ ਝਾਤ ਮਾਰ ਕੇ ਵੇਖੋ, ਪਿਛਲੇ ਇਤਿਹਾਸ ਨੂੰ ਫਰੋਲ ਕੇ ਵੇਖੋ, ਕਿਹੜਾ ਰਾਜਾ ਜਿਹੜਾ ਪ੍ਰਜਾ ਪ੍ਰਤੀ ਦਇਆ ਕਰਦਾ ਹੈ। ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕੋਈ ਐਸਾ ਰਾਜਾ ਹੈ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਕਿਸੇ ਨੇ ਪ੍ਰਜਾ ਦੇ ਦੁੱਖ ਨੂੰ ਮਹਿਸੂਸ ਕੀਤਾ? ਕੋਈ ਐਸਾ ਨਹੀਂ ਹੈ। ਮਹਾਰਾਜ ਨੇ ਕਿਹਾ ਇਹਨਾਂ ਦੇ ਅੰਦਰ ਕੋਈ ਦਇਆ ਵਾਲੀ ਗੱਲ ਨਹੀਂ ਹੈ। ਦਇਆ ਨਾ ਠਾਨਾ ਦੇਖਾ ਦੀਨ। ਇਹ ਕੋਈ ਨਾ ਕਿਸੇ ਦਾ ਧਰਮ ਵੇਖਦੇ ਨੇ, ਨਾ ਕਿਸੇ ਦੇ ਉੱਪਰ ਇਹਨਾਂ ਦੇ ਅੰਦਰ ਦਇਆ ਹੈ। ਇਹ ਤਾਂ ਆਪਣੇ ਰਾਜ ਭਾਗ ਦੇ ਨਸ਼ੇ ਦੇ ਅੰਦਰ ਸਭ ਕਿਸੇ ਨੂੰ ਖਤਮ ਕਰਨ ਲੱਗੇ ਹਨ। ਇਮ ਤਿਨ ਪਰ ਅਨੁਮਾਨ ਕਰੀਜੈ। ਤੇ ਮਹਾਰਾਜ ਨੇ ਕਿਹਾ ਭਾਈ ਸਿੱਖੋ ਹੁਣ ਅੱਗੇ ਤੁਸੀਂ ਆਪੇ ਹੀ ਅਨੁਮਾਨ ਲਾ ਸਕਦੇ ਹੋ ਵੀ ਇਹ ਕਿਸ ਪਾਸੇ ਵੱਲ ਨੂੰ ਜਾ ਰਹੇ ਹਨ। ਠੀਕ ਹੈ, ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਇਹਨਾਂ ਨੂੰ ਇੰਨਾ ਵੱਡਾ ਰਾਜ ਮਿਲਿਆ ਹੈ, ਪਰੰਤੂ ਇਹਨਾਂ ਦਾ ਜਿਹੜਾ ਰਾਜ ਹੈ ਨਾ ਬਹੁਤਾ ਸਮਾਂ ਸਲਾਮਤ ਨਹੀਂ ਰਹੇਗਾ। ਦਿਨ ਪ੍ਰਤ ਰਾਜ ਤੇਜ ਇਨ ਛੀਜੈ। ਤੇ ਮਹਾਰਾਜ ਨੇ ਆਪਣੇ ਮੁਖ ਤੋਂ ਬਚਨ ਕਹਿ ਦਿੱਤੇ ਸਨ ਕਿ ਭਾਈ ਗੁਰਮੁਖੋ ਇਉਂ ਨਾ ਸਮਝੋ ਵੀ ਇਹ ਰਾਜ ਵੱਧ ਰਿਹਾ ਹੈ। ਇਹ ਨਾ ਦੇਖੋ ਵੀ ਇਹਨਾਂ ਦਾ ਰਾਜ ਬਹੁਤ ਦੂਰ ਦੂਰ ਤੱਕ ਇਹ ਇਸਲਾਮ ਰਾਜ ਦੇ ਝੰਡੇ ਝੂਲ ਰਹੇ ਨੇ। ਅਸਲ ਵਿੱਚ ਸਮਾਂ ਉਹ ਆ ਚੁੱਕਾ, ਦਿਨ ਪ੍ਰਤ ਰਾਜ ਤੇਜ ਇਨ ਛੀਜੈ। ਛੀਜੇ ਦਾ ਮਤਲਬ ਖਤਮ ਹੋਣਾ ਸ਼ੁਰੂ ਹੋ ਗਿਆ, ਹੁਣ ਮੁੱਕਣਾ ਸ਼ੁਰੂ ਹੋ ਗਿਆ। ਉਸ ਪਾਸੇ ਵੱਲ ਨੂੰ ਤੁਰ ਪਏ ਨੇ ਤੇ ਬਿਲਕੁਲ ਸੱਚ ਹੈ।
ਆਪਾਂ ਪਿਛਲੇ ਕੁਝ ਦਿਨਾਂ ਤੋਂ ਇਹ ਸਾਖੀ ਪੜ੍ਹਦੇ ਆਉਂਦੇ ਆ, ਜਦੋਂ ਹੁਕਮ ਕੱਢ ਦਿੱਤੇ ਕਸ਼ਮੀਰ ਦੇ ਸੂਬੇਦਾਰ ਨੂੰ ਵੀ ਇੱਥੋਂ ਦਾ ਧਰਮ ਤਬਦੀਲ ਕਰ ਦਿਓ ਜ਼ਬਰਦਸਤੀ, ਜੇ ਕੋਈ ਮੰਨਦਾ ਹੈ ਠੀਕ ਹੈ, ਧਨ ਦਾ ਲਾਲਚ ਦਿਓ, ਨਹੀਂ ਮੰਨਦਾ ਤੇ ਇਹਦਾ ਸਿਰ ਕਲਮ ਕਰ ਦਿਓ। ਇਹਦਾ ਮਤਲਬ ਕੀ ਹੈ ਵੀ ਰਾਜ ਦਾ ਖਾਤਮਾ ਸ਼ੁਰੂ ਹੋ ਚੁੱਕਾ ਹੈ। ਕਿਉਂਕਿ ਜਿਸ ਦਿਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਜਾ ਕੇ ਬਹਿਣਗੇ, ਸਮਝ ਲੈਣਾ ਵੀ ਇਸ ਰਾਜ ਦਾ ਕਿਲਾ ਜਿਹੜਾ ਹੈ ਉਹ ਢਹਿ ਚੁੱਕਾ ਹੈ। ਸੋ ਸਤਿਗੁਰਾਂ ਨੇ ਪ੍ਰਥਮ ਆਪਣੇ ਸਿੱਖਾਂ ਦੇ ਨਾਲ ਵਾਰਤਾਲਾਪ ਕਰਦਿਆਂ ਇੱਦਾਂ ਕੁਝ ਵਚਨ ਕੀਤੇ। ਹੋਰ ਵੀ ਕੁਝ ਦੀਰਘ ਬਾਤਾਂ ਨੇ ਜਿਹੜੀਆਂ ਮਹਾਰਾਜ ਜੀਆਂ ਤੋਂ ਇਹ ਸਥਾਨ ਖਰਕ ਦੇ ਅੰਦਰ ਬੈਠ ਕਰਕੇ ਸਿੱਖਾਂ ਨੇ ਪੁੱਛੀਆਂ। ਜਿਵੇਂ ਜਿਵੇਂ ਮਹਾਰਾਜ ਆਪਣੇ ਮੁਖ ਤੋਂ ਬਖਸ਼ਿਸ਼ਾਂ ਵਰਤਾ ਰਹੇ ਸਨ, ਉਹ ਸਾਡੇ ਇਤਿਹਾਸ ਦੀਆਂ ਸਾਖੀਆਂ ਨੇ। ਯਤਨ ਕਰਾਂਗੇ ਇਹਨਾਂ ਸਮਿਆਂ ਦੌਰਾਨ ਹੀ ਅਗਲੀ ਸਾਰੀ ਵਿਚਾਰ ਆਪ ਸੰਗਤ ਦੇ ਨਾਲ ਇਸੇ ਤਰ੍ਹਾਂ ਵਿਸਤਾਰ ਸਹਿਤ ਸਾਂਝਿਆਂ ਕਰਨ ਦਾ ਜੀ। ਅੱਜ ਇੱਥੇ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ, ਸਮਾਂ ਹੋ ਚੁੱਕਾ। ਆਓ ਹੁਣ ਗੁਰਬਾਣੀ ਦੇ ਕੀਰਤਨ ਸਰਵਣ ਕਰਨੇ ਨੇ। ਵਿਚਾਰਾਂ ਕਰਦੇ ਹਾਂ, ਇਤਿਹਾਸ ਵਾਚਦੇ ਹਾਂ, ਬਿਨ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਚ ਅਣਜਾਣ ਸਮਝ ਕਰ ਬਖਸ਼ ਲੈਣੀਆਂ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਿਮ ਤਿਨ ਪਰ ਅਨੁਮਾਨ ਕਰੀਜੈ, ਦਿਨ ਪ੍ਰਤ ਰਾਜ ਤੇਜ ਇਨ ਛੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।